तो स्वागत है ਤੁਹਾਡੇ ਆਪਣੇ YouTube ਚੈਨਲ ਨਿਰਵੈਰ 'ਤੇ। ਦੋਸਤੋ, ਮਾਸਟ ਕੇਡਰ ਦੇ ਸਿਲੇਬਸ ਵਿੱਚ ਆਪਾਂ ਕਵਿਤਾ ਭਾਗ ਕਰ ਰਹੇ ਹਾਂ, ਜਿਸ ਵਿੱਚ ਭਾਈ ਵੀਰ ਸਿੰਘ, ਧਨੀ ਰਾਮ ਚਾਤਰਿਕ, ਪ੍ਰੋਫੈਸਰ ਪੂਰਨ ਸਿੰਘ ਔਰ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਆਪਾਂ ਕਰ ਚੁੱਕੇ ਹਾਂ। ਔਰ 5ਵੇਂ ਨੰਬਰ 'ਤੇ ਅੱਜ ਆਪਾਂ ਕਰਾਂਗੇ ਜੀ ਅੰਮ੍ਰਿਤਾ ਪ੍ਰੀਤਮ। ਉਹਨਾਂ ਦੀ ਜੀਵਨੀ, ਉਹਨਾਂ ਦੀਆਂ ਰਚਨਾਵਾਂ ਬਾਰੇ ਅੱਜ ਆਪਾਂ ਜਾਣਾਂਗੇ। ਚਲੋ ਸਟਾਰਟ ਕਰਦੇ ਹਾਂ। ਅੰਮ੍ਰਿਤਾ ਪ੍ਰੀਤਮ, ਜਿਸ ਨੂੰ ਪੰਜਾਬੀ ਬੋਲੀ ਦੀ ਪਹਿਲੀ ਕਵਿੱਤਰੀ ਕਿਹਾ ਜਾਂਦਾ ਹੈ। ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਵਿੱਚ ਹੋਇਆ। 31 ਅਕਤੂਬਰ 1905 ਵਿੱਚ ਡੈਥ ਹੋਈ ਜੀ। ਇੱਕ ਪੰਜਾਬੀ ਲੇਖਿਕਾ ਹਨ, ਕਵੀ, ਕਵਿੱਤਰੀ ਹਨ, ਨਾਵਲਕਾਰ, ਕਹਾਣੀਕਾਰ, ਵਾਰਤਕਕਾਰ ਸੀ। ਉਸ ਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। 6 ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ ਉਸ ਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਹਨਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਹਿ ਹੈ ਅਤੇ ਇੱਕ ਆਤਮ ਕਥਾ ਵੀ ਹੈ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ। ਸਭ ਤੋਂ ਵੱਡੀ ਗੱਲ ਹੈ ਅੰਮ੍ਰਿਤਾ ਪ੍ਰੀਤਮ ਕੌਰ ਦੀ ਇਹ ਤਸਵੀਰ ਹੈ ਜੀ। ਜਨਮ ਹੈ 31 ਅਗਸਤ 1919 ਗੁਜਰਾਂਵਾਲਾ, ਪੰਜਾਬ, ਹੁਣ ਪਾਕਿਸਤਾਨ ਵਿੱਚ। ਮੌਤ ਹੋਈ ਜੀ 31 ਅਕਤੂਬਰ 1905। ਉਮਰ 86 ਸਾਲ ਸੀ। ਨਵੀਂ ਦਿੱਲੀ ਵਿੱਚ ਹੋਈ ਹੈ, ਭਾਰਤ। ਕਾਰਜ ਖੇਤਰ ਕਵੀ ਨੇ, ਨਾਵਲਕਾਰ ਨੇ, ਵਾਰਤਕਕਾਰ ਨੇ, ਕਹਾਣੀਕਾਰ ਨੇ, ਆਪਾਂ ਦੇਖ ਚੁੱਕੇ ਹਾਂ। ਰਾਸ਼ਟਰੀਅਤਾ ਭਾਰਤੀ ਭਾਸ਼ਾ ਪੰਜਾਬੀ। ਕਾਲ 1936 ਤੋਂ 1904 ਦੇ ਦੌਰਾਨ ਉਹ ਰਹੇ ਨੇ ਜੀ ਸਾਹਿਤਿਕ ਜੋ ਉਹਨਾਂ ਨੇ ਸਾਹਿਤ ਰਚਨਾਵਾਂ ਲਿਖੀਆਂ, ਉਹ ਸਮੇਂ ਦਾ ਦੌਰ ਸੀ ਜੋ 1936 ਤੋਂ ਲੈ ਕੇ 1904। ਵਿਧਾ ਕਵਿਤਾ, ਨਾਵਲ, ਕਹਾਣੀ ਉਹਨਾਂ ਨੇ ਲਿਖੀ ਹੈ। ਵਿਸ਼ਾ ਭਾਰਤ ਦੀ ਵੰਡ ਅਤੇ ਔਰਤ ਦੇ ਬਾਰੇ ਉਹਨਾਂ ਨੇ ਆਪਣੀਆਂ ਰਚਨਾਵਾਂ ਲਿਖੀਆਂ ਹਨ। ਬਚਪਨ ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਗਿਆਨੀ ਕਰਤਾਰ ਸਿੰਘ ਹਿਤਕਾਰੀ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਗੁਜਰਾਂਵਾਲਾ, ਪਾਕਿਸਤਾਨ ਵਿੱਚ ਹੋਇਆ। ਉਸ ਦੇ ਪਿਤਾ ਇੱਕ ਚੰਗੇ ਛੰਦ ਸ਼ਾਸਤਰੀ ਸਨ। ਅੰਮ੍ਰਿਤਾ ਨੇ ਕਾਫੀਏ, ਰਦੀਫ ਦੀ ਜਾਣਕਾਰੀ ਅਤੇ ਕਾਵਿ ਰਚਨਾ ਦਾ ਹੋਰ ਮੁੱਢਲਾ ਗਿਆਨ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ। ਉਹਨਾਂ ਦਾ ਜੋ ਪਰਿਵਾਰ ਸੀ ਉਹ ਵੀ ਸਾਹਿਤ ਨਾਲ ਸੰਬੰਧ ਰੱਖਦਾ ਸੀ। ਆਪ ਦੀ ਮਾਤਾ ਨੇ 4 ਸਾਲ ਦੀ ਉਮਰ ਵਿੱਚ ਹੀ ਇਸ ਦੀ ਕੁੜਮਾਈ, ਜੋ ਅੰਮ੍ਰਿਤਾ ਪ੍ਰੀਤਮ ਦੀ ਕੁੜਮਾਈ ਦੂਰ ਦੇ ਰਿਸ਼ਤੇਦਾਰ ਵਿੱਚ ਭੂਆ ਦੇ ਪੁੱਤਰ ਨਾਲ ਕਰ ਦਿੱਤੀ। ਜਦੋਂ ਇਹ 11 ਸਾਲਾਂ ਦੀ ਸੀ ਤਾਂ ਇਸ ਦੀ ਮਾਂ ਦੀ ਮੌਤ ਹੋ ਗਈ। ਪਿਤਾ ਨੇ 16 ਸਾਲ ਦੀ ਉਮਰ ਵਿੱਚ ਇਹਨਾਂ ਦੀ ਸ਼ਾਦੀ ਕਰਕੇ ਪਤਨੀ ਦਾ ਬੋਲ ਪੁਗਾ ਦਿੱਤਾ ਅਤੇ ਆਪਣਾ ਫਰਜ਼ ਨਿਭਾ ਦਿੱਤਾ। ਇਹ ਸ਼ਾਦੀ 1936 ਵਿੱਚ ਪ੍ਰੀਤਮ ਸਿੰਘ ਕਤਵਾੜਾ ਦੇ ਨਾਲ ਹੋਈ ਸੀ। ਸਿੱਖਿਆ ਅੰਮ੍ਰਿਤਾ ਪ੍ਰੀਤਮ ਨੇ 1932 ਵਿੱਚ 8ਵੀਂ ਅਤੇ ਵਿਦਵਾਨੀ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ। 1933 ਵਿੱਚ ਗਿਆਨੀ ਪਾਸ ਕੀਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ 10ਵੀਂ ਪ੍ਰਾਪਤ ਕੀਤੀ। ਅੰਮ੍ਰਿਤਾ ਪ੍ਰੀਤਮ ਕਈ ਭਾਸ਼ਾਵਾਂ ਦੀ ਮਾਹਰ ਸੀ। 15 ਮਈ 1973 ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਡੀ.ਲੈਟ ਦੀ ਆਨਰੇਰੀ ਡਿਗਰੀ ਮਿਲੀ ਅਤੇ ਆਜ਼ਾਦ ਭਾਰਤ ਦੀ ਪਦਮ ਸ਼੍ਰੀ ਉਪਾਧੀ ਮਿਲੀ। ਅੰਮ੍ਰਿਤਾ ਦਾ ਬਚਪਨ ਲਾਹੌਰ ਵਿਖੇ ਗੁਜ਼ਰਿਆ ਅਤੇ ਸਿੱਖਿਆ ਵੀ ਉੱਥੇ ਹੀ ਹੋਈ। ਇਸ ਨੇ ਕਿਸ਼ੋਰ ਅਵਸਥਾ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਇਸ ਨੇ ਕਵਿਤਾ, ਕਹਾਣੀ ਅਤੇ ਨਿਬੰਧ ਲਿਖੇ। ਇਸ ਦੀਆਂ ਪ੍ਰਕਾਸ਼ਿਤ ਕਿਤਾਬਾਂ 50 ਤੋਂ ਜ਼ਿਆਦਾ ਹਨ। ਇਸ ਦੀਆਂ ਮਹੱਤਵਪੂਰਨ ਰਚਨਾਵਾਂ ਅਨੇਕ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ। ਵਿਆਹੁਤਾ ਜੀਵਨ ਅੰਮ੍ਰਿਤਾ ਪ੍ਰੀਤਮ ਦੇ ਦੋ ਬੱਚੇ ਪੁੱਤਰ ਨਵਰਾਜ ਅਤੇ ਪੁੱਤਰੀ ਕੁੰਦਲਾ ਨੂੰ ਜਨਮ ਦਿੱਤਾ। ਦੇਸ਼ ਦੀ ਵੰਡ ਤੋਂ ਪਿੱਛੋਂ ਉਹ ਲਾਹੌਰ ਤੋਂ ਦੇਹਰਾਦੂਨ ਅਤੇ ਫਿਰ ਦਿੱਲੀ ਆ ਗਏ। ਸ਼ੌਕ ਸਾਹਿਤ ਅਧਿਐਨ ਤੇ ਰਚਨਾ ਤੋਂ ਇਲਾਵਾ ਇਸ ਨੂੰ ਸੰਗੀਤ, ਫੋਟੋਗ੍ਰਾਫੀ ਅਤੇ ਟੈਨਿਸ ਖੇਡਣ ਦਾ ਵੀ ਸ਼ੌਕ ਸੀ। ਪੰਜਾਬੀ ਭਾਸ਼ਾ ਦੀ ਪਹਿਲੀ ਕਵਿੱਤਰੀ ਅਗਰ ਕਿਹਾ ਗਿਆ ਹੈ ਤਾਂ ਉਹ ਕਿਹਾ ਗਿਆ ਜੀ ਅੰਮ੍ਰਿਤਾ ਪ੍ਰੀਤਮ ਨੂੰ ਪਹਿਲੀ ਕਵਿੱਤਰੀ ਹਨ। ਪੰਜਾਬੀ ਦੇ ਸਭ ਤੋਂ ਹਰਮਨ ਪਿਆਰੇ ਲੇਖਕਾਂ ਵਿੱਚੋਂ ਇੱਕ ਸਨ। ਪੰਜਾਬ ਦੇ ਗੁਜਰਾਂਵਾਲਾ ਜ਼ਿਲ੍ਹੇ ਵਿੱਚ ਪੈਦਾ ਹੋਈ ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਭਾਸ਼ਾ ਦੀ ਪਹਿਲੀ ਕਵਿੱਤਰੀ ਮੰਨਿਆ ਗਿਆ ਹੈ।
ਉਹਨਾਂ ਨੇ ਕੁੱਲ ਮਿਲਾ ਕੇ 100 ਕਿਤਾਬਾਂ ਲਿਖੀਆਂ ਹਨ। ਸਭ ਤੋਂ ਵੱਡੀ ਗੱਲ ਹੈ ਜਿਨ੍ਹਾਂ ਵਿੱਚ ਉਹਨਾਂ ਦੀ ਆਤਮਿਕ ਕਥਾ ਜੋ ਸੀ ਉਹ ਸੀ ਜੀ ਰਸੀਦੀ ਟਿਕਟ ਵੀ ਸ਼ਾਮਲ ਹੈ। ਅੰਮ੍ਰਿਤਾ ਪ੍ਰੀਤਮ ਉਹਨਾਂ ਸਾਹਿਤਕਾਰਾਂ ਵਿੱਚੋਂ ਸਨ ਜਿਨ੍ਹਾਂ ਦੀਆਂ ਕਿਰਤੀਆਂ ਦਾ ਅਨੇਕ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ। ਉਸ ਨੇ ਕਈ ਕਾਵਿ ਸੰਗ੍ਰਹਿ ਪੰਜਾਬੀ ਦੀ ਝੋਲੀ ਵਿੱਚ ਪਾਏ। ਉਸ ਦਾ ਪਹਿਲਾ ਕਾਵਿ ਸੰਗ੍ਰਹਿ ਸੀ ਜੀ ਠੰਡੀਆਂ ਕਿਰਨਾਂ 1935। ਠੰਡੀਆਂ ਕਿਰਨਾਂ 1935 ਵਿੱਚ ਪ੍ਰਕਾਸ਼ਿਤ ਹੋਇਆ। ਵਿਦੇਸ਼ਾਂ ਦੀ ਯਾਤਰਾ ਕੁਝ ਦਿਨ ਪਾ ਕੇ ਨਜ਼ਮ ਛਪੀ, ਪਾਕਿਸਤਾਨ ਵੀ ਪਹੁੰਚੀ ਅਤੇ ਕਹਿੰਦੇ ਹਨ ਕਿ ਨਜ਼ਮ ਲੋਕ ਬੋਝਾਂ ਵਿੱਚ ਰੱਖਦੇ ਹਨ, ਕੱਢ ਕੇ ਪੜ੍ਹਦੇ ਅਤੇ ਰੋਂਦੇ ਸਨ। ਉਸ ਨੇ ਸਜਾਦ ਸਾਹਿਰ ਅਤੇ ਇਮਰੋਜ਼ ਨਾਲ ਆਪਣੀ ਇਸ਼ਕ ਦੀ ਗੱਲ ਆਪਣੀ ਸਵੈ ਜੀਵਨੀ ਰਸੀਦੀ ਟਿਕਟ ਵਿੱਚ ਕੀਤੀ। ਉਹ ਆਪਣੀ ਨਿੱਜੀ ਜ਼ਿੰਦਗੀ ਵਾਲੀਆਂ ਵਧੇਰੇ ਕਵਿਤਾਵਾਂ ਦਾ ਸ਼ੋਅ ਸ਼ਾਇਰ ਲੁਧਿਆਣਵੀ ਦੇ ਪਿਆਰ ਨੂੰ ਮੰਨਦੀ ਹੈ। ਅੰਮ੍ਰਿਤਾ ਪ੍ਰੀਤਮ ਉੱਚ ਪੱਧਰ ਦੀ ਕਾਵਿ ਗੋਸ਼ਟੀਆਂ ਦੀ ਸ਼ਾਨ ਸੀ। ਉਸ ਨੇ ਵੀਅਤਨਾਮ, ਰੂਸ, ਯੂਗੋਸਲਾਵੀਆ, ਹੰਗਰੀ, ਰੋਮਾਨੀਆ ਅਤੇ ਬੁਲਗਾਰੀਆ ਦੇਸ਼ਾਂ ਦੀ ਯਾਤਰਾ ਵੀ ਕੀਤੀ। ਅੰਮ੍ਰਿਤਾ ਪ੍ਰੀਤਮ ਨੂੰ 1956 ਵਿੱਚ ਸੁਨੇਹੜੇ ਸਭ ਤੋਂ ਇੰਪੋਰਟੈਂਟ ਨੇ ਜੀ ਸੁਨੇਹੜੇ ਕਾਵਿ ਸੰਗ੍ਰਹਿ ਅਤੇ ਸਾਹਿਤਕ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ। ਅਗਰ ਪੁੱਛਿਆ ਜਾਵੇ ਕਿ ਅੰਮ੍ਰਿਤਾ ਪ੍ਰੀਤਮ ਨੂੰ ਦੀ ਕਿਹੜੀ ਜੋ ਰਚਨਾ ਹੈ ਉਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ, ਉਹ ਹੈ ਜੀ ਸੁਨੇਹੜੇ, ਜੋ ਕਿ 1956 ਵਿੱਚ ਮਿਲਿਆ। 1956 ਦੀ ਰਚਨਾ। 1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨ ਮਿਲਿਆ। ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ 1974 ਵਿੱਚ ਇਨਾਮ ਦਿੱਤਾ ਗਿਆ। ਕੰਨੜ ਸਾਹਿਤ ਸੰਮੇਲਨ ਵਿੱਚ ਇਸ ਨੂੰ 1978 ਵਿੱਚ ਇਨਾਮ ਮਿਲਿਆ। 1982 ਵਿੱਚ ਇਸ ਨੂੰ ਕਾਗਜ਼ ਅਤੇ ਕੈਨਵਸ ਕਾਵਿ ਸੰਗ੍ਰਹਿ ਅਤੇ ਗਿਆਨਪੀਠ ਅਵਾਰਡ ਦਿੱਤਾ ਗਿਆ। ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ ਵਿੱਚ ਫਿਰਕੂ, ਸਭ ਤੋਂ ਜਿਹੜੇ ਸਾਡੀ ਇੰਪੋਰਟੈਂਟ ਗੱਲ ਹੈ, ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਵਿਸ਼ਿਆਂ ਦੀ ਗੱਲ ਕੀਤੀ ਹੈ। ਫਿਰਕੂ ਫਸਾਦਾਂ, ਸਰਮਾਏਦਾਰੀ, ਸ਼ੋਸ਼ਣ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। 1960 ਵਿੱਚ ਅੰਮ੍ਰਿਤਾ ਦੀ ਆਪਣੇ ਤੋਂ ਦੂਰੀ ਪੈ ਗਈ। ਫਿਰ ਜੀਵਨੀ ਦੇ ਆਖਰੀ 40 ਸਾਲ ਇਮਰੋਜ਼ ਨਾਲ ਬਿਤਾਏ। ਅੰਮ੍ਰਿਤਾ ਪ੍ਰੀਤਮ ਇੱਕ ਸ਼ਕਤੀਸ਼ਾਲੀ ਵਿਅਕਤੀਤਵ ਦੀ ਮਾਲਕ ਸੀ। ਉਸ ਨੇ ਪੰਜਾਬੀ ਸਾਹਿਤ ਦੀ ਵਿਲੱਖਣ ਸੇਵਾ ਕੀਤੀ। ਸਾਹਿਤਕਾਰ ਅੰਮ੍ਰਿਤਾ ਪ੍ਰੀਤਮ ਦੀ ਸਾਹਿਤਕ ਦੇਣ ਬਹੁਤ ਭਾਂਤ ਗੱਲਾਂ ਹੁਣ ਵੀ ਸੁਣੀਆਂ ਜਾਂਦੀਆਂ ਹਨ, ਪਰ ਜਿਸ ਸਮੇਂ ਉਸ ਨੇ ਸਾਹਿਤਕ ਹਲਕਿਆਂ ਵਿੱਚ ਆਜ਼ਾਦ ਹੋ ਕੇ ਕੰਮ ਕੀਤਾ, ਉਸ ਦੌਰ ਵਿੱਚ ਇਹ ਹਰ ਔਰਤ ਦੇ ਵੱਸ ਦੀ ਗੱਲ ਨਹੀਂ ਸੀ। ਅਸੀਂ ਅੱਜ ਦੇ ਹਾਲਾਤ ਦੇ ਮਿਆਰ ਨਾਲ ਉਸ ਦਾ ਮੁਲਾਂਕਣ ਨਹੀਂ ਕਰ ਸਕਦੇ। ਅਸੀਂ ਦੇਖ ਸਕਦੇ ਹਾਂ ਕਿ ਕਿਹੋ ਜਿਹਾ ਸਮਾਂ ਸੀ ਅਤੇ ਉਸ ਸਮੇਂ ਵਿੱਚ ਇੱਕ ਔਰਤ ਨੇ ਜੋ ਸਾਹਿਤਕ ਖੇਤਰ ਵਿੱਚ ਕਦਮ ਰੱਖਣਾ ਬਹੁਤ ਵੱਡੀ ਗੱਲ ਸੀ, ਜੋ ਕਿ ਅੰਮ੍ਰਿਤਾ ਪ੍ਰੀਤਮ ਨੇ ਰੱਖਿਆ। ਨੈਕਸਟ ਜੀ, ਮੌਤ 31 ਅਕਤੂਬਰ 2005 ਨੂੰ 86 ਸਾਲ ਦੀ ਉਮਰ ਸੀ ਜਦੋਂ ਦੇਹਾਂਤ ਹੋਇਆ। ਰਚਨਾਵਾਂ, ਜੋ ਸਭ ਤੋਂ ਵੱਡੀ ਗੱਲ ਹੈ, ਬਹੁਤ ਜ਼ਿਆਦਾ ਰਚਨਾਵਾਂ ਹਨ। ਜੈਸਰੀ 1946, ਡਾਕਟਰ ਦੇਵ 1949, ਹਿੰਦੀ, ਗੁਜਰਾਤੀ, ਮਲਿਆਲਮ ਅਤੇ ਅੰਗਰੇਜ਼ੀ ਵਿੱਚ ਇਸ ਦਾ ਅਨੁਵਾਦ ਹੈ। ਪਿੰਜਰ ਸਭ ਤੋਂ ਇੰਪੋਰਟੈਂਟ ਹੈ, 1950, ਇਹਦਾ ਵੀ ਹਿੰਦੀ, ਉਰਦੂ, ਗੁਜਰਾਤੀ, ਮਲਿਆਲਮ, ਮਰਾਠੀ, ਕੋਂਕਣੀ, ਅੰਗਰੇਜ਼ੀ, ਫਰਾਂਸੀਸੀ ਅਤੇ ਸਰਬੋ ਕਰੋਸ਼ੀਆਈ ਵਿੱਚ ਅਨੁਵਾਦ ਕੀਤਾ ਹੈ। ਪਿੰਜਰ ਦਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਉਸ ਦਾ ਨਾਵਲ। ਅਲਾਹਣਾ 1952, ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੈ ਵੀ। ਅਸ਼ੂ 1958, ਇਹ ਵੀ ਹਿੰਦੀ ਅਤੇ ਉਰਦੂ ਵਿੱਚ ਅਨੁਵਾਦਿਤ ਹੈ। ਇੱਕ ਸਵਾਲ 1959, ਹਿੰਦੀ ਅਤੇ ਉਰਦੂ ਵਿੱਚ ਅਨੁਵਾਦ ਹੈ। ਬੁਲਾਵਾ 1960, ਹਿੰਦੀ ਅਤੇ ਉਰਦੂ ਵਿੱਚ ਹੈ ਵੀ। ਬੰਦ ਦਰਵਾਜ਼ਾ 1961, ਹਿੰਦੀ, ਕੰਨੜ, ਸਿੰਧੀ, ਮਰਾਠੀ ਅਤੇ ਉਰਦੂ ਵਿੱਚ ਅਨੁਵਾਦ। ਰੰਗ ਦਾ ਪੱਤਾ 1963, ਹਿੰਦੀ ਅਤੇ ਉਰਦੂ ਵਿੱਚ ਹੈ ਵੀ। ਇੱਕ ਸੀ ਅਨੀਤਾ 1964, ਹਿੰਦੀ, ਅੰਗਰੇਜ਼ੀ ਅਤੇ ਉਰਦੂ ਵਿੱਚ ਅਨੁਵਾਦ। ਚੱਕ ਨੰਬਰ 36 1964, ਹਿੰਦੀ, ਅੰਗਰੇਜ਼ੀ, ਸਿੰਧੀ ਅਤੇ ਉਰਦੂ ਵਿੱਚ ਅਨੁਵਾਦਿਤ ਹੈ ਵੀ। ਧਰਤੀ ਸਾਗਰ ਅਤੇ ਸਿੱਪੀਆਂ 1965, ਹਿੰਦੀ ਅਤੇ ਉਰਦੂ ਵਿੱਚ ਅਨੁਵਾਦਿਤ ਹੈ। ਦਿੱਲੀ ਦੀਆਂ ਗਲੀਆਂ 1968, ਹਿੰਦੀ ਵਿੱਚ ਅਨੁਵਾਦ ਹੈ। ਧੁੱਪ ਦੀ ਕਤਾਰ 1969 ਵਿੱਚ। ਏਕ ਤੇ ਏਰੀਅਲ 1969,
हिंदी ਅਤੇ अंग्रेजी ਵਿੱਚ अनुवाद है जी। जलावतन 1970 हिंदी ਅਤੇ अंग्रेजी ਵਿੱਚ अनुवाद है जी। यात्री 1931 हिंदी कन्नड़ अंग्रेजी बांग्ला ਅਤੇ ਸਰਬੋਕ ਰੋਟ ਵਿੱਚ अनुवाद है जी। जेब कतरे सब तो इंपॉर्टेंट है नावल 1971 हिंदी उर्दू अंग्रेजी मलयालम ਵਿੱਚ ਅਤੇ कन्नड़ ਵਿੱਚ। पक्की हवेली हिंदी ਵਿੱਚ 1972। अग दी लकीर 1974 हिंदी ਵਿੱਚ। कच्ची सड़क 1975 हिंदी ਵਿੱਚ अनुवाद। कोई नहीं जानता हिंदी ਅਤੇ अंग्रेजी ਵਿੱਚ अनुवादित है जी 1975। ਇਹ सच 1970 हिंदी बुल्गारियन ਅਤੇ अंग्रेजी ਵਿੱਚ अनुवादित है जी। दूसरी मंजिल इंपॉर्टेंट है 1977 ਵਿੱਚ। 13वां सूरज 1978 इंपॉर्टेंट है भी। 49 दिन ये भी इंपॉर्टेंट है 1979 हिंदी ਅਤੇ अंग्रेजी ਵਿੱਚ। कोरे कागज़ वैरी इंपॉर्टेंट 1982 हिंदी ਵਿੱਚ अनुवादित है जी। हरदित दा जिंदगीनामा 1982 हिंदी ਅਤੇ अंग्रेजी ਵਿੱਚ अनुवादित। ਤਾਂ आत्म कथा सब तो जो इंपॉर्टेंट है उन्होंने वो है जी रसीदी टिकट। ये असी याद रखना है जी। रसीदी टिकट 1976 की रचना है जी। रसीदी टिकट उन्होंने आत्म कथा है जी। कहानी संग्रह जो उन्होंने इंपॉर्टेंट ने वो देख लेने ने जी। 36 वरे बाद 1943 कुंजियाँ 1944 याद करनियाँ पैणियाँ जी तूहानू। आखिरी खत 1956 गोजर दियाँ परियां 1960 चानण दा होंका 1962 जंगली बूटी 1969 हीरे दी कणी लतियां दी छोकरी 5 वरे लम्मी सड़क 5 वरे लम्मी सड़क ये उन्होंने इंपॉर्टेंट रचना है। एक शहर दी मौत ये भी इंपॉर्टेंट। तीजी औरत वेरी इंपॉर्टेंट। सारे की है ये भी हिंदी विच अनुवादित हैं। सब तो वड्डी गल है कि उन्होंने जो रचनावां सी वो बहुत सारिया भाषावां दे विच अनुवादित सन। और काव्य संग्रह ने जी ठंडियां किरना जो उन्होंने पहली रचना सी ठंडियां किरना 1934 की रचना है जी। 1900 इन्हां नाल ही उन्होंने अपनी साहित्यिक सफ़र है जो तय किया। अमृत लहरा 1936 रचना। जिउंदा जीवन त्रेल तुपके उन्होंने इंपॉर्टेंट जो कविता है काव्य संग्रह है। त्रेल धोते फुल 1941 की रचना है। वो गीतां वालिओ अंबड़ी दा वेड़ा काव्य संग्रह उन्होंने बहुत ज़्यादा मशहूर हैं। बदलों के पल्ले विच संज दी लाली 1943। निक्की जही सौगात लोकपीड़ 1944 ये दो 1944 विच हैं। निक्की जही सौगात ते लोकपीड़। पत्थर गीटे बहुत ज़्यादा इंपॉर्टेंट है जी याद कर लेना। पत्थर गीटे 1946 रसीदी टिकट सी 1976 ये असी याद करनी हैं। और जो सुनेहड़े सी ओ सी जी 1956। लम्मियां वाटा 1949। मैं तवारीख हिंद दी वैरी इंपॉर्टेंट 1950। ये इंपॉर्टेंट रचनावां ने जिन्हां दा असी जो रचना काल है वो याद रखना है। मैं तवारीख हिंद दी। सरगी वेला 1951। मेरी चोणवी कविता 1952 वैरी इंपॉर्टेंट। सुनेहड़े 1955 की रचना जी। 1956 में साहित्य अकादमी इनाम प्राप्त किया इस काव्य संग्रह ने। 1955 की रचना है। 1956 में सन्मानित किया गया जी। अशोका चेती 1957। कस्तूरी 1959। नागमणि 1964। शेर उत्ता 1969। मैं जमा तू। लामिया वतन कागज़ से कैनवस। ज्ञानपीठ इनाम प्राप्त है इसनू। ज्ञानपीठ अगर पुरस्कार पूछा जाए किस रचना काव्य संग्रह नू प्राप्त है वो जी कागज़ अते कैनवस। गद रचनावां करमीची लकीरां काला गुलाब अग दियां लकीरां एक पत्तियां दा गुलाब सफ़रनामा है जी। औरत एक दृष्टिकोण 1975 की रचना है।
एक उदास किताब 1976, अपने अपने 4 वरे 1978, केड़ी जिंदगी केड़ा साहित 1979 की रचना है। कच्चे अखर 1979, एक हथ मेहंदी एक हथ छल्ला औरत नाल संबंधित 1980, मुहब्बतनामा 1980, मेरे काल मुकुट समकाली 1980, शौक सुरेही कड़ी धुप दा सफ़र 1921, 1982, 1982 अज दे काफर। सारियां की है हिंदी विच रचनावां हैं उन्हां दा। जो सफ़रनामा है वो जी बारियां झरोखे, बारियां झरोखे इंपोर्टेंट है जी, इस याद रखना है। बारियां झरोखे 1961, बारियां झरोखे 1961 की रचना है। मान सन्मान बहुत ज़्यादा प्राप्त हुए हैं। अमृता प्रीतम नूं 1956 विच सुनेहड़े काव्य संग्रह ते साहित्य अकादमी जो पुरस्कार मिलिया है। उस तो अगे 1958 विच भाषा विभाग वालों 1998 विच 1958 विच भाषा विभाग वालों सन्मानित किया गया। 1969 विच भारत सरकार द्वारा पद्म श्री नाल सन्मानित किया गया। उस तो इलावा साहित्य काल परिषद दिल्ली वालों 1974 विच इनाम दिता गया। कन्नड़ साहित्य सम्मेलन विच आप जी नूं 1978 विच इनाम मिलिया। 1982 विच उन्हां नूं कागज़ अते कैनवस काव्य संग्रह ते ज्ञानपीठ पुरस्कार प्राप्त होया जी। काव्य संग्रह है कागज़ ते कैनवस 1982, असीं याद रखना है। इस नूं ज्ञानपीठ पुरस्कार मिलिया होया है। 1988 विच बल्गारिया वेरोव इनाम प्राप्त होया अंतरराष्ट्रीय। 2005 विच अमृता प्रीतम नूं भारत दे दूजा सब तो वड्डा सन्मान जो होया जी वो होया जी पद्म विभूषण नाल सन्मानित किया गया जी। ये जी अज आपां देखिया अमृता प्रीतम दे जीवन बारे आपां पढ़िया, उन्हां दीयां रचनावां बारे पढ़िया। जो उन्हां दीयां इंपोर्टेंट रचनावां हन वो असीं याद कर लैणीआं हन। उस तो इलावा उन्होंने किहड़े विषय अपनाए हैं अपनी कवितावां विच वो सानूं याद होना चाहिए है। इस नाल रिलेटेड सानूं जो MCQs आने हैं। तो दोस्तों अज लई इन्ना ही। अगर तुहानूं मेरी ये वीडियो वधिया लगी होवे तो लाइक शेयर जरूर करो और चैनल नूं सबसक्राइब जरूर करो। थैंक यू।